एक इंसान जो है वो अपनी पूरी लाइफ टाइम च नहीं वेख सकता। वो उन्ना ज़्यादा एक्सपीरियंस, उन्ना ज़्यादा डेटा, उन्नी ज़्यादा वीडियोज़, उन्ना लैंग्वेज और उस तो सीखते ने। ਵੈਲ ਬਟ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਤੇ ਕ੍ਰੀਏਟ ਹਿਊਮਨਸ ਨੇ ਕੀਤੀ ਹੈ। ਰੋਬੋਟਸ ਦਾ ਅਸੀਂ ਜ਼ਿਕਰ हाँ जी। ਕਰਦੇ ਹਾਂ, ਪਹਿਲਾਂ ਦੇਖਦੇ ਸੀ ਰੋਬੋਟਸ, ਹੁਣ ਰੋਬੋਟਸ ਹਰ ਫੀਲਡ ਵਿੱਚ ਆਈ ਜਾ ਰਹੇ ਹੈਗੇ ਨੇ। ਸੋ ਇਹ ਹਿਊਮਨ ਇੰਟੈਲੀਜੈਂਸ ਨੂੰ ਕਿਵੇਂ ਓਵਰਟੇਕ ਕਰ ਜਾਏਗੀ ਕਿ ਆਫਟਰ ਆਲ ਤਾਂ ਇਹਨਾਂ ਨੂੰ ਜਿਹੜਾ ਇਹਨਾਂ ਦੀ ਪੇਅਰਿੰਗ ਕੀਤੀ ਜਾ ਰਹੀ ਹੈ ਜਾਂ ਜੋ ਵੀ ਇਹਦੇ ਸਰਕਿਟਸ ਹੈਗੇ ਨੇ ਉਹ ਤਾਂ ਇਨਸਾਨ ਹੀ ਬਣਾ ਰਹੇ। I think it's a very very important question to think about कि ये systems किਵੇਂ साड़ी lives impact करेंगे and personally like it's a very important topic जो researchers वेखते पे हैं कि ये systems किਵੇਂ behave करते ने and but at the end of the day like humans ਜਿਹੜੇ ਨੇ ਉਹਨਾਂ ਦੀ ਲਾਈਫ ਦਾ ਪਰਪਸ ਨੈਸੈਸਰੀਲੀ ਕੰਮ ਕਰਨਾ ਨਹੀਂ ਹੈਗਾ। ਐਂਡ ਫਾਈਨਲੀ ਅੱਜ ਦੇ ਇਸ ਜ਼ਮਾਨੇ ਵਿੱਚ ਅਹਿਡ ਜਾਣ ਵਾਸਤੇ ਸਾਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਕੁਝ ਸਕਿੱਲਸ ਜਿਹੜੀਆਂ ਨੇ ਉਹ ਸਿੱਖਣ ਦੀ ਲੋੜ ਹੋਏਗੀ। ਉਹ ਕੀ ਕੁਝ ਤੁਸੀਂ ਰਿਕਮੈਂਡ ਕਰਦੇ ਹੋ ਕਿ ਇੱਕ ਆਮ ਬੰਦਾ ਜਿਹੜਾ ਹੈਗਾ ਕਿਸ ਤਰ੍ਹਾਂ AI ਨੂੰ ਆਪਣੀ ਜ਼ਿੰਦਗੀ ਵਿੱਚ ਇਨਕੋਰਪੋਰੇਟ ਕਰਕੇ ਆਪਣੇ ਆਪ ਨੂੰ ਸਕਸੈਸਫੁਲ ਬਣਾ ਸਕਦਾ? ਦ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਨੂੰ ਲੈ ਕੇ ਜਾ ਰਹੇ ਹਾਂ ਸੈਨ ਫਰਾਂਸਿਸਕੋ ਤੇ ਮੇਰਾ ਸਾਥ ਦੇਣਗੇ ਅਰਚਿਤ ਸ਼ਰਮਾ, ਜਿਨ੍ਹਾਂ ਨੇ ਕਿ PhD ਕੀਤੀ ਹੈ ਸਟੈਨਫੋਰਡ ਤੋਂ, ਰਿਸਰਚ ਸਾਇੰਟਿਸਟ ਨੇ। ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਅੱਜ ਬਹੁਤ ਗੱਲਾਂ ਚੱਲ ਰਹੀਆਂ ਨੇ। ਸੋ ਅਸਲ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਕੀ ਹੈ? ਕੀ ਇਹ ਹਿਊਮਨਸ ਨੂੰ ਓਵਰਟੇਕ ਕਰ ਜਾਏਗੀ? ਕੀ ਇਸ ਦੇ ਫਾਇਦੇ ਨੇ, ਕੀ ਇਸ ਦੇ ਨੁਕਸਾਨ ਨੇ? ਇਹਨਾਂ ਇਸ਼ੂਜ਼ ਤੇ ਆਓ ਗੱਲਬਾਤ ਕਰਦੇ ਹਾਂ ਅਰਚਿਤ ਸ਼ਰਮਾ ਨਾਲ। ਅਰਚਿਤ ਜੀ, ਆਇਆਂ ਨੂੰ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਫॉर ਹੈਵਿੰਗ ਮੀ। ਥੈਂਕ ਯੂ, ਥੈਂਕਸ ਫॉर योर टाइम। ਸੋ ਅਰਚਿਤ, ਗੱਲਬਾਤ ਮੈਂ ਸ਼ੁਰੂ ਕਰਨਾ ਚਾਹਾਂਗਾ ਕਿ ਤੁਸੀਂ PhD ਕੀਤੀ ਹੈ ਤੇ ਹੁਣ ਗੂਗਲ ਨਾਲ ਤੁਸੀਂ ਕੰਮ ਕਰਦੇ ਹੋ ਐਜ਼ ਅ ਰਿਸਰਚ ਸਾਇੰਟਿਸਟ। ਆਰਟੀਫੀਸ਼ੀਅਲ ਇੰਟੈਲੀਜੈਂਸ ਇਨ ਲੇਮੈਨ ਟਰਮਸ ਜੇ ਸਾਨੂੰ ਐਕਸਪਲੇਨ ਕਰਨਾ ਹੋਏ ਤਾਂ ਕੀ ਹੋਏਗੀ ਉਹ? ਬਿਲਕੁਲ। ਇਸ ਦਾ ਨਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਹੈਗਾ ਤਾਂ ਤੁਹਾਨੂੰ ਥੋੜਾ ਜਿਹਾ ਫਲੇਵਰ ਆਲਰੇਡੀ ਮਿਲ ਰਿਹਾ ਹੋਗਾ ਕਿ ਜਿਸ ਤਰ੍ਹਾਂ ਹਿਊਮਨ ਸੋਚਦੇ ਨੇ, ਬੜੇ ਸਾਰੇ ਟਾਸਕ ਨੇ, ਬੜੇ ਸਾਰੇ ਲਾਈਕ ਚੀਜ਼ਾਂ ਨੇ ਜਿੱਥੇ ਹਿਊਮਨਸ ਐਕਸੈਲ ਕਰਦੇ ਸੀ, ਜਿਵੇਂ ਅਸੀਂ ਗੱਲਾਂ ਬਾਤਾਂ ਕਰਦੇ ਪਏ ਨੇ ਅਸੀਂ ਤੇ ਇਸੇ ਤਰ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮਸ ਨੇ ਜੋ ਹਿਊਮਨਸ ਵਾਂਗ ਸੋਚ ਸਕਦੇ ਨੇ, ਡਿਸੀਜਨਸ ਲੈ ਸਕਦੇ ਨੇ ਕਿ ਇਸ ਮੋਮੈਂਟ ਤੇ ਇਹ ਕਰਨਾ ਹੈ ਤੇ ਬੇਸਿਕਲੀ ਇਹੋ ਜਿਹੇ ਸਿਸਟਮਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਕਹਿੰਦੇ ਜੀ, ਪਰ ਬੇਸਿਕਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਤਾਂ ਇਹੀ ਹੋਈ ਜਿਸ ਤਰ੍ਹਾਂ ਸਾਡੇ ਹੱਥ ਵਿੱਚ ਇਹ ਫੋਨ ਹੈਗਾ ਹੈ, ਇਹਦੇ ਵਿੱਚ ਜੋ ਕੁਝ ਅਸੀਂ ਬੋਲਦੇ ਹਾਂ, ਜੋ ਕੁਝ ਅਸੀਂ ਚਾਹੁੰਦੇ ਹਾਂ, ਆਟੋਮੈਟਿਕਲੀ ਉਹ ਕੰਪਿਊਟਰ ਜਿਹੜਾ ਵਿੱਚ ਹੈਗਾ ਉਹ ਸਾਰਾ ਕੁਝ ਐਨਾਲਾਈਜ਼ ਕਰ ਲੈਂਦਾ, ਉਸ ਤੋਂ ਬਾਅਦ ਉੱਤੇ ਕੰਮ ਕਰ ਲੈਂਦਾ ਹੈ। ਸੋ ਇਹ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੀ ਹੋਈ। ਬਿਲਕੁਲ। ਇੱਕ ਪ੍ਰਿਮਿਟਿਵ ਫਾਰਮ ਆਫ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਰੇ ਕੰਪਿਊਟਰ ਆਲਰੇਡੀ ਪ੍ਰੋਵਾਈਡ ਕਰਦੇ ਸੀ, ਬਟ ਹੁਣ ਇੱਕ ਰੈਵੋਲੂਸ਼ਨ ਆਈ ਹੈ ਜਿਸ ਨਾਲ ਇਨੀਸ਼ੀਅਲੀ ਤੁਹਾਨੂੰ ਹਰ ਚੀਜ਼ ਐਗਜ਼ੈਕਟਲੀ ਸਪੈਸੀਫਾਈ ਕਰਨੀ ਹੁੰਦੀ ਸੀ ਕਿ ਇਸ ਸਿਚੁਏਸ਼ਨ 'ਚ ਇਸ ਇੰਸਟਰਕਸ਼ਨ 'ਤੇ ਇਹ ਕੰਮ ਕਰਨਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੀ ਡਿਫਰੈਂਸ ਇਹ ਹੈਗਾ ਕਿ ਹੁਣ ਉਸ ਨੂੰ ਹਰ ਚੀਜ਼ ਕਲੀਅਰਲੀ ਸਪੈਸੀਫਾਈ ਨਹੀਂ ਕਰਨੀ ਹੁੰਦੀ ਹੈ। ਜੇ ਤੁਸੀਂ ਉਹਨੂੰ ਕੋਈ ਟਾਸਕ ਦੋਗੇ ਤਾਂ ਖੁਦ ਸੋਚ ਸਕਦਾ ਹੈ ਤੇ ਖੁਦ ਉਹ ਡਿਸੀਜਨਸ ਲੈ ਸਕਦਾ ਹੈ ਵਿਦਆਊਟ ਦ ਹਿਊਮਨ ਸਪੈਸੀਫਾਈਂਗ ਐਗਜ਼ੈਕਟਲੀ ਕਿ ਇਹੀ ਕਰਨਾ ਹੈ ਕਿ ਨਹੀਂ ਕਰਨਾ। ਹਿਊਮਨ ਇੰਟੈਲੀਜੈਂਸ ਦੇ ਕਾਰਨ ਹੀ ਅੱਜ ਅਸੀਂ ਜੋ ਕੁਝ ਅਚੀਵਮੈਂਟਸ ਕੀਤੀਆਂ, ਜੋ ਕੁਝ ਟੈਕਨੋਲੋਜੀ ਵਿੱਚ ਬਿਹਤਰੀ ਆਈ, ਅਸੀਂ ਦੇਖਦੇ ਹਾਂ। ਪਰ ਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਹਿਊਮਨ ਇੰਟੈਲੀਜੈਂਸ ਨੂੰ ਵੀ ਸਰਪਾਸ ਕਰਦੀ ਹੈ ਜਾਂ ਕਰ ਜਾਏਗੀ? ਜੇ ਤੁਸੀਂ ਪਿਛਲੇ 10 ਸਾਲ ਵੇਖੋਗੇ ਤਾਂ ਇਨ ਸਰਟਨ ਡੋਮੇਨਸ ਆਰਟੀਫੀਸ਼ੀਅਲ ਇੰਟੈਲੀਜੈਂਸ ਇਜ਼ ਆਲਰੇਡੀ ਬੈਟਰ। ਜੇ ਤੁਸੀਂ ਅੱਜ ਵੇਖੋਗੇ ਕਿ ਚੈਸ ਖੇਲਦੇ ਨੇ ਜਿਹੜੇ ਕੰਪਿਊਟਰਸ ਖੇਲਦੇ ਆ, 1990 'ਚ ਜਦੋਂ ਗੈਰੀ ਕਾਸਪਰੋਵ ਨੇ ਡੀਪ ਬਲੂ ਨਾਲ ਖੇਲਿਆ ਸੀ ਤਾਂ ਉਹਨਾਂ ਨੇ ਉਸ ਸਿਸਟਮ ਨੂੰ ਹਰਾ ਦਿੱਤਾ ਸੀ। ਬਟ ਅੱਜ ਦੀ ਡੇਟ 'ਚ ਟੌਪ ਚੈਸ ਪਲੇਅਰਸ, ਮੈਗਨਸ ਕਾਰਲਸਨ ਜਾਂ ਕੋਈ ਵੀ, ਉਹ ਚੈਸ ਕੰਪਿਊਟਰ ਇੰਜਨਸ ਨੂੰ ਨਹੀਂ ਹਰਾ ਸਕਦੇ। ਸੋ ਦੋਜ਼ ਸਿਸਟਮਸ ਆਰ ਆਲਰੇਡੀ ਮਚ ਬੈਟਰ than the best human players. And same is true AlphaGo, for example. Example as Go is a very complex game, just humans cannot already beat. And ਜੇ ਤੁਸੀਂ a trend ਵੇਖੋਗੇ ਤੇ certain systems are already better. And recently last 5 ਸਾਲ ਜੋ ChatGPT ਆਇਆ ਤਾਂ ਤੁਹਾਨੂੰ ਇੱਕ natural conversational system ਮਿਲ ਗਿਆ ਜੋ humans ਨਾਲ interact ਕਰ ਸਕਦਾ ਹੈ ਤੇ obviously ਉਹ question ਆਉਂਦਾ ਹੈ ਕਿ ਇਹ ਕਿੱਧਰ ਜਾਊਗਾ, ਕਿੰਨਾ improve ਕਰ ਸਕਦਾ ਹੈ। Another good example is AlphaFold ਜੋ एक बड़ी ही complicated problem थी where you have to predict कि proteins किवें fold करेंगे and this is used for making drugs, vaccines and everything। वो prediction problem ਹੁਣ AI ने
काफ़ी ज़्यादा प्रोग्रेस कीता है विच वुड हैव टेकन हंड्रेड्स ऑफ ईयर्स बट ਉਹ ਕੁਛ ਹੀ ਸਾਲਾਂ 'ਚ ਕੰਪਰੈਸ ਹੋ ਗਿਆ ਤੇ ਵੈਲ ਬਟ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਤੇ ਕ੍ਰੀਏਟ ਹਿਊਮਨਸ ਨੇ ਕੀਤੀ ਹੈ। ਰੋਬੋਟਸ ਦਾ ਅਸੀਂ ਜ਼ਿਕਰ ਹਾਂਜੀ ਕਰਦੇ ਹਾਂ, ਪਹਿਲਾਂ ਦੇਖਦੇ ਸੀ ਰੋਬੋਟਸ, ਹੁਣ ਰੋਬੋਟਸ ਹਰ ਫੀਲਡ ਵਿੱਚ ਆਈ ਜਾ ਰਹੇ ਹੈਗੇ ਨੇ। ਸੋ ਇਹ ਹਿਊਮਨ ਇੰਟੈਲੀਜੈਂਸ ਨੂੰ ਕਿਵੇਂ ਓਵਰਟੇਕ ਕਰ ਜਾਏਗੀ ਕਿ ਆਫਟਰ ਆਲ ਤਾਂ ਇਹਨਾਂ ਨੂੰ ਜਿਹੜਾ ਇਹਨਾਂ ਦੀ ਪੇਅਰਿੰਗ ਕੀਤੀ ਜਾ ਰਹੀ ਹੈ ਜਾਂ ਜੋ ਵੀ ਇਹਦੇ ਸਰਕਟਸ ਹੈਗੇ ਨੇ ਉਹ ਤਾਂ ਇਨਸਾਨ ਹੀ ਬਣਾ ਰਹੇ। ਇਹ ਬਹੁਤ ਹੀ ਅੱਛਾ ਕੁਐਸਚਨ ਹੈ ਤੇ ਇਸ 'ਚ ਹਲੇ ਵੀ ਰਿਸਰਚ ਚੱਲਦੀ ਪਈ ਹੈ ਪਰ ਬੇਸਿਕ ਆਈਡੀਆ ਇਹ ਹੈਗਾ ਕਿ ਜਿਹੜੇ ਸਿਸਟਮਸ ਨੇ ਉਹ ਇੰਨਾ ਜ਼ਿਆਦਾ ਡੇਟਾ ਵੇਖਦੇ ਨੇ ਇੰਨਾ ਜ਼ਿਆਦਾ ਉਹ ਐਕਸਪੀਰੀਅੰਸ ਜਿੰਨਾ ਇੱਕ ਇਨਸਾਨ ਜੋ ਹੈ ਉਹ ਆਪਣੀ ਪੂਰੀ ਲਾਈਫ ਟਾਈਮ 'ਚ ਨਹੀਂ ਵੇਖ ਸਕਦਾ। ਉਹ ਉਨਾ ਜ਼ਿਆਦਾ ਐਕਸਪੀਰੀਅੰਸ ਉਨਾ ਜ਼ਿਆਦਾ ਡੇਟਾ ਉਨੀ ਜ਼ਿਆਦਾ ਵੀਡੀਓਜ਼ ਉਨਾ ਲੈਂਗੁਏਜ ਔਰ ਉਸ ਤੋਂ ਸਿੱਖਦੇ ਨੇ। ਤੋ ਇੱਕ ਅਸੀਂ ਕਲੈਕਟਿਵਲੀ ਜਿੰਨਾ ਜ਼ਿਆਦਾ ਐਕਸਪੀਰੀਅੰਸ ਕਰ ਸਕਦੇ ਨੇ ਉਸ ਤੋਂ ਕਈ ਜ਼ਿਆਦਾ ਇੱਕ ਸਿਸਟਮ ਕਰ ਸਕਦਾ ਤੇ ਉਸ ਪਾਵਰ ਨੂੰ ਲੈਵਰੇਜ ਕਰਕੇ ਹਿਊਮਨਸ ਤੋਂ ਅੱਗੇ ਵੱਧ ਸਕਦੇ ਨੇ। ਇਟਸ ਨਾਟ ਨੈਸੈਸਰੀ ਇਟ ਵਿਲ ਹੈਪਨ। ਅੱਜ ਤੁਸੀਂ ਜੇ ਟ੍ਰੈਂਡ ਦੇਖੋਗੇ ਤੇ billions and billions of dollars are going into like making these models AI systems and us point to that is way more than any human can like ever like experience in their life. So is कारण AI systems are have the potential to improve upon human intelligence as well. And but एक जी point मैं और कहूँगा कि it's not about कि ਆਪਾਂ human intelligence ਨੂੰ simply exceed ਕਰਨਾ ਹੈ। ਹਰ tool ਇਹ ਸਿਸਟਮ ਵੀ ਟੂਲ ਹੀ ਹੋਗਾ ਜਿਵੇਂ ਜੇ ਅਸੀਂ ਅੱਜ ਵੀਡੀਓ ਕਾਲ ਕੰਪਿਊਟਰ ਤੇ ਕਰਦੇ ਪਏ ਰਾਈਟ ਇੰਟਰਨੈਟ ਵੀ ਇੱਕ ਰਾਈਟ ਟਾਈਮ ਕੋਈ ਬੜੀ ਨਈ ਟੈਕਨੋਲੋਜੀ ਸੀ ਜਿਸ ਜਸ enabled a completely different world right like ਆਪਾਂ ਇਹ ਬਾਤ ਕਰ ਪਾ ਰਹੇ ਨੇ ਤੁਸੀਂ ਵੈਨਕੂਵਰ ਚ ਆ ਮੈਂ ਸੈਨ ਫਰਾਂਸਿਸਕੋ ਚ ਆ ਤੇ ਅਸੀਂ ਨਾਰਮਲ ਕਨਵਰਸੇਸ਼ਨ ਕਰਨ ਲਈ ਸਾਨੂੰ ਇਹ ਨਹੀਂ ਹੈ ਕਿ ਅਸੀਂ ਪਲੇਨ ਤੇ ਬਹਿ ਕੇ ਜਾਣਾ ਹੈ ਤੇ ਰਾਈਟ तो आई इमेजिन कि AI भी ਇਹੋ ਜਿਹਾ ਹੀ ਪਹਿਲਾ initially tool ਹੋਗਾ ਜੋ which will enable us to like do very creative things and explore and move beyond what is possible right now. ਬਟ ਇੱਕ ਅਰਚਿਤ ਜੀ ਕਾਮਨ ਫੇਅਰ ਹੈ ਜਾਂ ਐਂਗਜ਼ਾਇਟੀ ਹੈਗੀ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਵਿਲ ਟੇਕ ਓਵਰ ਦ ਵਰਲਡ। ਕੀ ਤੁਸੀਂ ਐਗਰੀ ਕਰਦੇ ਹੋ? ਇਹ ਬੜਾ ਹੀ ਨਾ ਡੈਲੀਕੇਟ ਕੁਐਸਚਨ ਹੈਗਾ ਬਿਕੋਜ਼ ਆਬਵੀਅਸਲੀ ਲਾਈਕ ਸਾਡੇ ਮਨ ਚ ਫੀਅਰ ਹੁੰਦਾ ਹੈ ਕਿ ਜੇ ਸਿਸਟਮਸ ਇੰਨੇ ਸਮਾਰਟ ਹੋ ਗਏ ਤੇ ਆਪਾਂ ਕੀ ਕਰਾਂਗੇ। ਸੋ ਆਈ ਥਿੰਕ it's a very very important question to think about कि ये systems ਕਿਵੇਂ ਸਾਡੀ lives impact ਕਰਨਗੇ and personally like it's a very important topic ਜੋ researchers ਵੇਖਦੇ ਪਏ ਹੈ ਕਿ ਇਹ systems ਕਿਵੇਂ behave ਕਰਦੇ ਨੇ and but at the end of the day like humans ਜਿਹੜੇ ਨੇ ਉਹਨਾਂ ਦੀ life ਦਾ purpose necessarily ਕੰਮ ਕਰਨਾ ਨਹੀਂ ਹੈਗਾ ਤੇ ਜੇ ਇਹ ਸਿਸਟਮਸ ਕੋਈ ਚੀਜ਼ ਨੂੰ ਆਟੋਮੇਟ ਕਰ ਸਕਦੇ ਨੇ ਇਨ ਅ ਵੇ ਦੈਟ ਇਟ ਮੇਕਸ ਆਰ ਲਾਈਫ ਈਜ਼ੀਅਰ ਤਾਂ आई थिंक इट्स गुड टू like make the technology जो हमारी लाइफ इजी कर रहे हैं and make sure उसका राइट जो benefit है that is more equally distributed in the society. Well, there's no doubt human life is becoming more and more, easier with the use of technology, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ। ਪਰ ਫਿਰ ਸੇਫਟੀ ਦਾ ਜਿਹੜਾ ਸਵਾਲ ਆਉਂਦਾ ਹੈ, ਆਈ ਲਾਈਕ ਟੂ ਟੇਕ ਯੂ ਓਵਰ ਟੂ ਸਮ ਹਿੰਦੀ ਮੂਵੀ ਜਿੱਥੇ ਅਸੀਂ ਦੇਖ ਜਾਂ ਕੋਈ ਇੰਗਲਿਸ਼ ਮੂਵੀ ਜਿੱਥੇ ਕਿ ਮਸ਼ੀਨ ਓਵਰਟੇਕ ਕਰ ਜਾਂਦੀ ਜੀ ਉਸ ਹਿਊਮਨ ਨੂੰ ਤੇ ਖਤਰਾ ਬਣ ਜਾਂਦੀ ਦੁਨੀਆ ਵਾਸਤੇ। ਸੋ ਜਿੱਥੇ ਸੇਫਟੀ ਦਾ ਅਸੀਂ ਗੱਲ ਕਰਦੇ ਹੈਗੇ ਹਾਂ ਕਿਉਂਕਿ ਹਰ ਫੀਲਡ ਦੇ ਵਿੱਚ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਸ਼ੁਰੂ ਹੋ ਗਿਆ ਹੈ। ਡਾਕਟਰਸ ਆਰ ਯੂਜ਼ਿੰਗ ਇਟ, ਇੰਜੀਨੀਅਰਸ ਆਰ ਯੂਜ਼ਿੰਗ ਇਟ, ਸਪੇਸ ਵਿੱਚ ਯੂਜ਼ ਹੋ ਰਿਹਾ ਹੈ। ਤਾਂ ਸੇਫਟੀ ਤੇ ਜਦੋਂ ਰੈਗੂਲੇਸ਼ਨਸ ਦੀ ਅਸੀਂ ਗੱਲ ਕਰਦੇ ਹਾਂ ਕੀ ਚੈੱਕਅਪਸ ਹੈਗੇ ਨੇ, ਚੈੱਕਸ ਐਂਡ ਬੈਲੈਂਸਿਸ ਕੀ ਹੈਗੇ ਨੇ? ਇਹ ਦੇਖੋ ਇਹ ਨਈ ਟੈਕਨੋਲੋਜੀ ਹੈ ਤੇ ਜਿਵੇਂ 에ਅਰਪਲੇਨ ਬਣਿਆ ਸੀ ਤਾਂ ਉਸ ਤੇ ਸੇਫਟੀ ਕਿਵੇਂ ਕਰਨੀ ਹੈ that was an ongoing topic which took years to figure out as well right ਤੇ ਆਪਾਂ ਇਸ systems ਨੂੰ one way that these systems are like tested is ਕਿ ਆਪਾਂ there's certain exercises called red teaming in which like ਤੁਸੀਂ ਇਹ system ਨੂੰ ਟੈਸਟ ਕਰਦੇ ਹੋ ਕਿ ਜੇ ਇਸ ਨੂੰ ਕੋਈ ਗਲਤ ਕੰਮ ਕਰਨ ਲਈ ਕਿਹਾ ਜਾਂਦਾ ਹੈ ਕਿਆ ਇਹ ਕਰੇਗਾ ਕਿ ਨਹੀਂ ਕਰੇਗਾ ਤੇ ਇਸ ਤਰ੍ਹਾਂ ਦੀ ਟੈਸਟਿੰਗ ਕਰਕੇ ਉਸ ਜਿਹੜੇ ਬਿਹੇਵੀਅਰ ਨੇ ਜਿਨ੍ਹਾਂ ਨੂੰ ਲਾਈਕ ਜਿਹੜੇ ਅਨਡਿਜ਼ਾਇਰੇਬਲ ਬਿਹੇਵੀਅਰਸ ਨੇ ਉਹਨਾਂ ਨੂੰ ਕਿਵੇਂ ਲਾਈਕ ਆਪਾਂ ਕਰਟੇਲ ਕਰੀਏ that is like an ongoing topic of research but it is something ਜੋ ਬਹੁਤ actively ਕੀਤਾ ਜਾਂਦਾ ਹੈ because no company wants to release models which like actively like harms humans or like actively like provides misinformation or anything so like there's something which is an ongoing topic of research but it's something which is also like ਆਪਾਂ fully figure out ਨਹੀਂ ਕੀਤਾ ਹਾਲੇ। ਰਾਈਟ
ਓਕੇ। ਗੱਲਬਾਤ ਚੱਲ ਰਹੀ ਜੀ ਅਰਚਿਤ ਸ਼ਰਮਾ ਜੀ ਨਾਲ। ਇਹ ਡਾਕਟਰ ਅਰਚਿਤ ਸ਼ਰਮਾ ਮੈਂ ਕਹਾਂਗਾ PhD ਹੈਗੇ ਨੇ ਸਟੈਨਫੋਰਡ ਤੋਂ, ਤੇ ਨਾਲ ਹੀ ਰਿਸਰਚ ਸਾਇੰਟਿਸਟ ਹੈਗੇ ਨੇ। ਛੋਟੀ ਜਿਹੀ ਲੈਂਦੇ ਹਾਂ ਬ੍ਰੇਕ, ਵਾਪਸ ਆਉਂਦੇ ਤੇ ਗੱਲਬਾਤ ਨੂੰ ਅੱਗੇ ਤੋਰਦੇ ਹਾਂ, ਕਿਉਂਕਿ ਜਿੱਥੇ ਇਹ ਸਾਰੀਆਂ ਸੁਵਿਧਾਵਾਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ, ਇਨਸਾਨ ਨੇ ਇਹਨਾਂ ਤੋਂ ਫਾਇਦਾ ਲੈਣਾ ਸੀ, ਪਰ ਦੂਸਰੇ ਪਾਸੇ ਅੱਜ ਅਸੀਂ ਇਹ ਵੀ ਦੇਖ ਰਹੇ ਹਾਂ ਅਰਚਿਤ ਜੀ ਕਿ ਅਸੀਂ ਡਿਪੈਂਡੈਂਟ ਹੁੰਦੇ ਜਾ ਰਹੇ ਹਾਂ। ਫੋਰ ਐਗਜ਼ਾਮਪਲ ਲੈਟਸ ਟੇਕ ਜਿਹੜੀਆਂ ਫ਼ੋਨ ਨੂੰ ਹੀ ਲੈ ਲਓ ਤੁਸੀਂ। ਅੱਜ ਕਿਸ ਤਰੀਕੇ ਨਾਲ ਫ਼ੋਨ ਨੇ ਤੁਹਾਨੂੰ ਆਪਣੇ ਆਪ ਨੂੰ ਐਡਿਕਸ਼ਨ ਕਰ ਲਈ ਹੈਗੀ ਕਿ ਤੁਸੀਂ ਉੱਠਦੇ ਸਾਰ ਸਵੇਰੇ ਸੋਸ਼ਲ ਮੀਡੀਆ 'ਤੇ ਜਾਏ ਬਗੈਰ ਰਹਿੰਦੇ ਨਹੀਂ ਹੈਗੇ। ਲੈਣਾ ਤਾਂ ਫਾਇਦਾ ਸੀ, ਪਰ ਇਹਦਾ ਨੁਕਸਾਨ ਵੀ ਸ਼ੁਰੂ ਹੋ ਗਿਆ। ਸੋ ਕੁਝ ਐਥੀਕਲ ਡਿਲੇਮਾਸ ਵੀ ਹੈਗੇ ਨੇ ਜਿਹਦੇ ਬਾਰੇ ਮੈਂ ਤੁਹਾਡੇ ਤੋਂ ਜਾਣਕਾਰੀ ਲੈਣਾ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤਾਂ ਗੱਲਬਾਤ ਚੱਲ ਰਹੀ ਜੀ ਜੋ ਸਾਡੀ ਦੱਸਦੀ ਹੈ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ। ਜੌਨ ਰਸਟਡ BC ਬਜਟ ਵਿੱਚ ਵੱਡੀ ਕਟੌਤੀ ਕਰੇਗਾ। ਇਸ ਦੀ ਕੀਮਤ ਕੌਣ ਅਦਾ ਕਰੇਗਾ? ਤੁਸੀਂ। ਨਾਜਾਇਜ਼ ਬ੍ਰਿਜ ਟੋਲ, ਵਧੀਆਂ ਹੋਈਆਂ ਕਾਰ ਇੰਸ਼ੋਰੈਂਸਾਂ ਅਤੇ ਘਰਾਂ ਦੀਆਂ ਕੀਮਤਾਂ ਵਿੱਚ ਹੋਰ ਜ਼ਿਆਦਾ ਵਾਧੇ ਨਾਲ ਜੌਨ ਰਸਟਡ ਇਹ ਤੁਹਾਡੇ ਹਿੱਤ ਵਿੱਚ ਨਹੀਂ ਹੈ। BC NDP ਵੱਲੋਂ ਇੱਕ ਸੁਨੇਹਾ। AMC ਇੰਸ਼ੋਰੈਂਸ ਦੇ ਸਹਿਯੋਗ ਨਾਲ ਲੋਅਰ ਮੇਨਲੈਂਡ ਵਿੱਚ ਇਹਨਾਂ ਦੀਆਂ 10 ਬ੍ਰਾਂਚਸ ਨੇ, ਹਫਤੇ ਦੇ 7 ਦਿਨ ਖੁੱਲ੍ਹੀਆਂ ਰਹਿੰਦੀਆਂ ਨੇ। ਤੇ ਤੁਸੀਂ ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਏ, ਕੋਈ ਪ੍ਰੋਡਕਟ ਲੈਣਾ ਹੋਏ ਤਾਂ ਇਹਨਾਂ ਨਾਲ ਸੰਪਰਕ ਕਰੋ। 604-507-6666 604 507 6666। ਸਾਡੇ ਅਗਲੇ ਸਹਿਯੋਗੀ ਹਨ ਅਗਨੀਹੋਤਰੀ ਇਮੀਗ੍ਰੇਸ਼ਨ। ਟੈਂਪਰਰੀ ਸਟੇਟਸ PR ਨਵੇਂ ਹੋ ਕੈਨੇਡਾ ਵਿੱਚ ਜਾਂ ਕੈਨੇਡਾ ਆਉਣਾ ਚਾਹੁੰਦੇ ਹੋ ਜਾਂ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੈ ਤਾਂ ਗੱਲ ਕਰੋ ਨੀਰਾ ਅਗਨੀਹੋਤਰੀ ਨਾਲ। 2006 ਤੋਂ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਵਜੋਂ ਇਹ ਕੰਮ ਕਰ ਰਹੇ ਨੇ। ਤੁਹਾਨੂੰ ਓਨੈਸਟ ਤੇ ਰਿਲਾਇਬਲ ਇਨਫੋਰਮੇਸ਼ਨ ਦੇਣ ਦਾ ਵਾਅਦਾ ਕਰਦੇ ਨੇ। 604-597-2284 604-597-2284 ਇਹਨਾਂ ਦਾ ਫੋਨ ਨੰਬਰ ਹੈਗਾ। ਤੇ ਸਾਡੇ ਅਗਲੇ ਸਹਿਯੋਗੀ ਹਨ ਬਸੰਤ ਮੋਟਰਸ। 16315 ਫਰੇਜ਼ਰ ਹਾਈਵੇ ਸਰੀ ਤੇ ਸਥਿਤ ਹੈ। ਬਹੁਤ ਵੱਡਾ ਸ਼ੋਰੂਮ। ਗੱਡੀ ਲੀਜ਼ ਕਰਨੀ ਹੈ ਜਾਂ ਫਾਈਨੈਂਸ ਕਰਨੀ ਹੈ ਤਾਂ ਇਹਨਾਂ ਦੇ ਤੁਸੀਂ ਸ਼ੋਰੂਮ ਵਿੱਚ ਜਾ ਸਕਦੇ ਹੋ ਜਾਂ ਫੋਨ ਕਰ ਸਕਦੇ ਹੋ 604-572-7880 604-572-7880। ਸੋ ਬਹੁਤ ਹੀ ਇੰਟਰਸਟਿੰਗ ਟੌਪਿਕ 'ਤੇ ਗੱਲ ਕਰ ਰਹੇ ਹਾਂ ਜੀ, ਜਿਹੜਾ ਅੱਜ ਕਿਸ ਤਰੀਕੇ ਨਾਲ ਟੈਕਨੋਲੋਜੀ ਸਾਨੂੰ ਓਵਰਟੇਕ ਕਰ ਰਹੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਜਿਸ ਤਰ੍ਹਾਂ ਅੱਜ ਸਾਡੇ ਜੀਵਨ ਦਾ ਇੱਕ ਹਿੱਸਾ ਬਣਦੀ ਜਾ ਰਹੀ ਹੈ, ਪਰ ਜਿਹੜੇ ਐਥੀਕਲ ਡਿਲੇਮਾਸ ਹੈਗੇ ਨੇ ਉਹਦੇ ਬਾਰੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਅਰਚਿਤ? ਕਿਉਂਕਿ ਇਹ ਤਾਂ ਸੁਵਿਧਾਵਾਂ ਬਣੀਆਂ ਸੀ, ਪਰ ਇਹ ਓਵਰਟੇਕ ਕਰਦੀਆਂ ਜਾ ਰਹੀਆਂ ਨੇ ਸਾਨੂੰ, ਤੇ ਕਿਤੇ ਹਿਊਮਨ ਇੰਟੈਲੀਜੈਂਸ ਖਤਮ ਤਾਂ ਨਹੀਂ ਕਰ ਦੇਣਗੀਆਂ? ਜੀ ਐਟ ਦੀ ਐਂਡ ਆਫ ਦ ਡੇ ਹਰ ਟੈਕਨੋਲੋਜੀ ਡੂਅਲ ਯੂਜ਼ ਹੁੰਦੀ ਹੈ। ਐਜ਼ ਅ ਸੋਸਾਇਟੀ ਤੇ ਐਜ਼ ਅ ਮੈਂਬਰ ਆਫ ਅ ਸੋਸਾਇਟੀ ਅੱਜ ਸਾਰੀ ਰਿਸਪੌਂਸਿਬਿਲਿਟੀ ਹੈਗੀ ਕਿ ਟੈਕਨੋਲੋਜੀ ਸਾਡੇ ਭਲੇ ਲਈ ਕੰਮ ਭਲੇ ਲਈ ਹੋਵੇ। ਤਾਂ ਅਸੀਂ ਸੋ ਫॉर दैट ਆਈ ਥਿੰਕ ਲਾਈਕ ਅਸੀਂ ਜੇ ਇੰਸ਼ੋਰ ਕਰਨਾ ਚਾਹੁੰਦੇ ਨੇ, ਤੁਸੀਂ ਸੋਸ਼ਲ ਮੀਡੀਆ ਦਾ ਐਗਜ਼ਾਮਪਲ ਲਿੱਤਾ ਸੀ, ਤੇ ਆਫ ਕੋਰਸ ਅੱਜ ਕੱਲ੍ਹ ਸਾਰੇ ਲੋਕੀ ਸੋਸ਼ਲ ਮੀਡੀਆ 'ਤੇ ਬਹੁਤ ਟਾਈਮ ਸਪੈਂਡ ਕਰਦੇ ਨੇ। ਤੇ ਬਟ ਤੁਸੀਂ ਇਹ ਵੀ ਵੇਖੋ ਕਿ ਜਿੰਨੇ ਲੋਕੀ ਸੀ ਉਹਨਾਂ ਨੇ ਇੱਕ ਕਨੈਕਟ ਕਰਨ ਦਾ ਇੱਕ ਨया ਮੀਡੀਅਮ ਮਿਲਿਆ। ਹਰ ਬੰਦਾ ਆਪਣਾ ਓਪੀਨੀਅਨ ਐਕਸਪ੍ਰੈਸ ਕਰ ਸਕਦਾ ਹੈ। ਪਹਿਲੇ ਜਿਨ੍ਹਾਂ ਲੋਕਾਂ ਕੋਲ ਆਵਾਜ਼ ਨਹੀਂ ਸੀ, they can express their opinions, they can like gather momentum around their opinion, ਜੋ ਪਹਿਲੇ ਬਹੁਤ ਹੀ restricted ਸੀ celebrities ਕੋਲ, news speakers ਕੋਲ ਸੇ ਹੁਣ ਹਰ ਬੰਦੇ ਕੋਲ ਉਹ ਆਵਾਜ਼ ਹੈਗੀ ਹੈ। So every technology is always going to be a dual use technology. It's our responsibility to ensure that it works in the favor of our society. ਐਬਸੋਲੂਟਲੀ ਹਾਊ ਵੀ ਯੂਜ਼ ਇਟ, ਦੈਟਸ ਵਾਟ ਇਜ਼ ਗੋਇੰ ਟੂ ਮੇਕ ਦ ਡਿਫਰੈਂਸ। ਐਂਡ ਜਿਸ ਤਰ੍ਹਾਂ ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਅੱਜ ਮੈਂ ਵੈਂਕੂਵਰ 'ਚ ਬੈਠਾ, ਤੁਸੀਂ ਸੈਨ ਫਰਾਂਸਿਸਕੋ 'ਚੋਂ ਬੈਠੇ ਹੋ, ਤੇ ਅਸੀਂ ਹਜ਼ਾਰਾਂ ਹੀ ਘਰਾਂ ਦੇ ਵਿੱਚ ਪਹੁੰਚਾਂਗੇ ਇਹ ਗੱਲਬਾਤ ਜੋ ਅਸੀਂ ਕਰ ਰਹੇ ਹੈਗੇ ਹਾਂ, which would not have been possible had this facility not been there. Exactly. And same with AI as well. Like ऐसी एक example दे सकता हूँ जैसे आजकल AI systems are getting very very good at making really good short movies. The image generation बहुत लोगों ने देखा होगा कि basically एकदम realistic images AI systems बनाते हैं। So ਤੁਸੀਂ imagine ਕਰ ਸਕਦੇ ਹੋ ਕਿ future 'ਚ ਜਿਹੜੇ movies ਬਣਾਉਣ ਦਾ ਜਿਵੇਂ ਕਿਸੇ ਨੂੰ ਸ਼ੌਕ ਸੀ, ਤੇ it was a thing which was restricted to like production houses, right? Oh, yeah. ਬਹੁਤ ਹੀ ਸਾਰੇ ਪੈਸੇ ਚਾਹੀਏ ਹੁੰਦੇ ਤੁਹਾਨੂੰ ਇੱਕ ਬਾਕਸ ਆਫਿਸ ਹਿੱਟ ਬਣਾਉਣ ਲਈ। ਬਟ ਜਿਹੜੇ AI tools ਨੇ, potentially this could enable millions of people to make their own movies, create their own ideas, create their own music, and वो अपना perspective, वो जो story वो बनाना चाहते हैं और share करना चाहते हैं, it's making it much 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 more accessible than production houses हैं। तो it really depends कि हम किस तरह से टेक्नोलॉजी को यूज़ करना चाहते हैं, whether technology enables people to express themselves or whether technology is like used to like replace what people want to do. So it's our perspective and it's our responsibility to make sure that it helps people. Very true. ਐਂਡ ਫਾਈਨਲੀ ਅੱਜ ਦੇ ਇਸ ਜ਼ਮਾਨੇ ਵਿੱਚ ਅਹਿਡ ਜਾਣ ਵਾਸਤੇ ਸਾਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਕੁਝ ਸਕਿੱਲਸ ਜਿਹੜੀਆਂ ਨੇ ਉਹ ਸਿੱਖਣ ਦੀ ਲੋੜ ਹੋਏਗੀ।
ਉਹ ਕੀ ਕੁਝ ਤੁਸੀਂ ਰਿਕਮੈਂਡ ਕਰਦੇ ਹੋ ਕਿ ਇੱਕ ਆਮ ਬੰਦਾ ਜਿਹੜਾ ਹੈਗਾ ਕਿਸ ਤਰ੍ਹਾਂ AI ਨੂੰ ਆਪਣੀ ਜ਼ਿੰਦਗੀ ਵਿੱਚ ਇਨਕੋਰਪੋਰੇਟ ਕਰਕੇ ਆਪਣੇ ਆਪ ਨੂੰ ਸਕਸੈਸਫੁਲ ਬਣਾ ਸਕਦਾ ਹੈ? This is a very good question. So like ਪਹਿਲੇ ਤਾਂ ਇੱਕ ਇੰਪੋਰਟੈਂਟ ਚੀਜ਼ ਹੈ ਕਿ ਇਨਫੋਰਮੇਸ਼ਨ ਜਿਹੜੀ ਸੀ ਜਿਵੇਂ ਗੂਗਲ ਸਰਚ ਬਣਿਆ ਸੀ ਲਾਈਕ ਪਹਿਲਾਂ ਇਨਫੋਰਮੇਸ਼ਨ ਸਿਰਫ ਕਿਤਾਬਾਂ 'ਚ ਹੁੰਦੀ ਸੀ ਵੈਰੀ ਵੈਰੀ ਇਨਐਕਸੈਸਿਬਲ ਟੂ ਪੀਪਲ ਤੇ ਗੂਗਲ ਸਰਚ ਬਣਿਆ ਤਾਂ ਦ ਇਨਫੋਰਮੇਸ਼ਨ ਇਜ਼ ਲਾਈਕ accessible to everyone, they can like access information with kuch characters ਤੁਸੀਂ Google search डालना है. Similarly आज ਜਿਹੜੇ AI systems ਨੇ they're making things accessible to you as well. So first thing ਜਿਹੜਾ you should do is like play with these systems, figure out ਕਿ तुम्हारा ਜਿਹੜਾ daily काम है how can these tools help you. I think इसी चीज़ ਨੂੰ आगे ਵਧਾਉਂਦੇ ਹੋਏ you have to figure out कि how do you these systems inherently can automate away like a lot of redundant work ਜੋ ਹमें ਕਰਨਾ ਹੁੰਦਾ day to day ਤੇ figuring out ਕਿ ਉਹ redundancy ਜਿਹੜੀ ਹੈਗੀ ਉਸ ਨੂੰ ਕਿਵੇਂ automate ਕਰੀਏ ਕਿਵੇਂ like ਜੇ ਤੁਸੀਂ ਰੋਜ਼ ਸਵੇਰੇ ਉੱਠ ਕੇ ਨਿਊਜ਼ ਪੜ੍ਹਦੇ ਹੋ ਤੁਹਾਨੂੰ just simply ਇੱਕ summary ਚਾਹੀਦੀ ਹੈ ਨਿਊਜ਼ ਕਿ ਅੱਜ ਇਹ ਹੋਇਆ the systems can simply like do this for you. ਤੋ ਇਹੋ ਜਿਹੀਆਂ ਲਾਈਕ ਰਿਡੰਡੈਂਸੀਜ਼ ਜਿਹੜੀ ਲਾਈਫ 'ਚ ਹੁੰਦੀਆਂ ਜਿਹੜੇ ਲਾਈਕ ਬੋਰਿੰਗ ਕੰਮ ਹੁੰਦੇ ਨੇ ਜਿਹੜਾ ਰੋਜ਼ ਕਰਨੇ ਹੁੰਦੇ ਆ ਉਹ ਸਿਸਟਮਸ ਉਹ ਆਟੋਮੇਟ ਕਰ ਸਕਦੇ ਨੇ ਸੋ ਤੁਹਾਡੇ ਕੋਲ ਜ਼ਿਆਦਾ ਟਾਈਮ ਹੋਗਾ ਉਹ ਚੀਜ਼ਾਂ ਕਰਨ ਲਈ ਵਿਚ ਆਰ ਐਕਚੁਅਲੀ ਹਾਰਡ ਤੇ ਵਿਚ ਯੂ ਇੰਜੋਏ ਸੇ ਉਸ ਤਰੀਕੇ ਨਾਲ ਸੋਚਣ ਲਈ ਇਟਸ ਵੈਰੀ ਵੈਰੀ ਇੰਪੋਰਟੈਂਟ ਐਂਡ ਜਿਹੜੇ ਤੁਸੀਂ ਡੇਲੀ ਕੰਮ ਕਰਦੇ ਹੋ ਈਮੇਲਸ ਲਿਖਦੇ ਹੋ ਲੋਕਾਂ ਨਾਲ ਗੱਲਾਂ ਕਰਨੀਆਂ ਦੀ ਸਿਸਟਮਸ ਕੈਨ ਹੈਲਪ ਯੂ ਲਾਈਕ ਬੀ ਬੈਟਰ ਐਟ ਦੈਟ तो उन्ना सारे टूल्स ਨੂੰ how do you incorporate in your daily life is going to be important. ਰਾਈਟ ਬਟ ਉਹਦੇ ਜਿਹੜੀਆਂ ਹਿਊਮਨ ਇੰਟਰੈਕਸ਼ਨਸ ਜਿਹੜੀਆਂ ਨੇ ਉਹ ਘੱਟ ਜਾਣਗੀਆਂ ਇਮੋਸ਼ਨਸ ਜਿਹੜੇ ਨੇ ਉਹ ਖਤਮ ਹੋ ਜਾਣਗੇ ਕੀ AI ਉਸ ਨੂੰ ਰਿਪਲੇਸ ਕਰ ਸਕੇਗੀ ਕੀ ਉਹੀ ਫੀਲਿੰਗਸ ਉਹ ਇਮੋਸ਼ਨਸ ਨੂੰ ਉਹਨਾਂ ਕਨਵਰਸੇਸ਼ਨਸ ਵਿੱਚ ਲਿਆ ਸਕੇਗੀ? ਜੀ ਜਿਹੜੇ ਹਿਊਮਨ ਇਮੋਸ਼ਨਸ ਨੇ ਉਹ ਸਾਡਾ ਇੱਕ ਡਿਫਾਈਨਿੰਗ ਫੀਚਰ ਨੇ ਤੇ ਆਈ ਡੋਂਟ ਥਿੰਕ the AI should try to replace that. ਤੇ the thing that makes our social interactions human is exactly ਜੋ ਆਪਨੇ ਬੋਲਿਆ ਕਿ human ਜਿਹੜੀ ਸਾਡੀ emotions ਨੇ ਜਿਹੜਾ emotional connection ਹੁੰਦਾ ਜਿਹੜਾ social ਉਹ feeling ਹੁੰਦੀ ਹੈ ਉਹ ਚੀਜ਼ ਨੂੰ ਕਦੇ AI ਨੂੰ replace ਕਰਨ ਦੀ ਨਾ ਸਾਨੂੰ ਕੋਈ ਲੋੜ ਹੈਗੀ ਹੈ ਤੇ ਨਾ ਉਹ maybe ਕਰ ਵੀ ਸਕਦਾ. ਸੋ ਅਰਸ਼ਿਤ ਫਾਈਨਲੀ ਰਿਸਰਚ ਬਹੁਤ ਚੱਲ ਰਹੀ ਹੈ ਫਿਊਚਰ ਵਿੱਚ ਅਸੀਂ ਹੋਰ AI ਦੇ ਵਿੱਚ ਕੀ ਕੁਝ ਦੇਖ ਸਕਦੇ ਹੈਗੇ ਹਾਂ ਜੀ? ਜਿਹੜੇ ਤੇ ਰਿਸਰਚ ਜਿਹੜੀ ਹੈ ਉਹ ਬਹੁਤ ਚੀਜ਼ਾਂ 'ਚ ਚੱਲਦੀ ਪਈ ਹੈ ਤੇ ਆਈ ਥਿੰਕ ਲਾਈਕ ਬੇਸਿਕ ਚੀਜ਼ਾਂ ਜਿਹੜੀ ਹੈਗੀਆਂ ਨੇ ਦ ਪ੍ਰੋਡਕਟਸ ਵਿਚ ਯੂ ਇੰਟਰੈਕਟ ਵਿਦ ਜਿਹੜੇ ਜੇ ਈਮੇਲ ਦੇ ਪ੍ਰੋਡਕਟਸ ਨੇ ਜਾਂ ਜਿਵੇਂ ਤੁਸੀਂ ਕੁਝ Amazon ਤੋਂ ਆਰਡਰ ਕਰਦੇ ਹੋ all these things will get much simpler. ਜਿਹੜਾ ਤੁਸੀਂ ਡੈਸਕਟਾਪ ਇੰਟਰੈਕਸ਼ਨ ਕਰਦੇ ਹੋ that could like ਜਿਵੇਂ ਤੁਸੀਂ ਹਰ ਇੱਕ ਕੀਬੋਰਡ ਤੇ ਮਾਊਸ ਯੂਜ਼ ਕਰਦੇ ਹੋ maybe you can start interacting with the systems in natural voice. And the systems can just do things for you. So that's one thing I expect will like be very much reasonably possible in the future. ਜੇ ਤੁਸੀਂ San Francisco ਆ ਗਏ ਤਾਂ you'll see a lot of self-driving cars already ਜਿਹੜੀ ਚੱਲਦੀ ਪਈ ਨੇ. These are already AI systems which are being used and ਮੈਨੂੰ ਤਾਂ ਹਮੇਸ਼ਾ ਲੱਗਦਾ ਉਹ sci-fi future ਤੋਂ ਹੈਗੇ ਨੇ. ਰਾਈਟ ਤੇ ਹੋਰ ਤੁਸੀਂ expect ਕਰ ਸਕਦੇ ਹੋ robotics is another field AI ਜਿਹੜੀ is like making a lot of progress as well. ਤੇ you can imagine jada robots and they could like automate small things around the house to begin with, jada cleaning and so on. So like maybe that it could start at laundry, could maybe like help like clean around the house. So like these are like small things which you can expect might happen in the future. And yeah, like jade science hai you can expect ke jive maine mention kita si AlphaFold help like solve a very important problem in biology. You can expect like these AI systems we are developing are going to help us like make progress. Computer science, physics, chemistry, the open problems ne, the problems humans are like trying to solve. Cancer solve karna chahte ne, climate change nu solve karna chahte ne. These tools will start helping with those problems as well. Wonderful. So basically it will be more of a boon than a bane. ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਆਉਣ ਵਾਲੇ ਸਮੇਂ ਵਿੱਚ ਸਾਨੂੰ ਫਾਇਦਾ ਹੀ ਹੋਣਾ ਹੈ ਨੁਕਸਾਨ ਘੱਟ ਹੋਣੇ ਨੇ ਜੀ. ਅਰਸ਼ਿਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਤੁਹਾਡੇ ਨਾਲ ਆਏ ਬਗਾਏ ਗੱਲਬਾਤ ਕਰਦੇ ਰਹਾਂਗੇ ਤੇ ਮੈਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਅਰਸ਼ਿਤ ਸ਼ਰਮਾ
ਇੱਕ ਹੋਣਹਾਰ ਜੋ ਇਹ ਨੌਜਵਾਨ ਹਨ, ਇਹ ਅੰਮ੍ਰਿਤਸਰ ਦੇ ਵਸਨੀਕ ਹੈਗੇ ਨੇ। ਇਹਨਾਂ ਦੇ ਪਿਤਾ ਜੀ ਵੀ ਡਾਕਟਰ ਰਾਕੇਸ਼ ਸ਼ਰਮਾ ਬੜੇ ਨਾਮਵਰ ਇੱਕ ਡਾਕਟਰ ਹੈਗੇ ਨੇ, ਅਤੇ ਮੈਨੂੰ ਮਾਣ ਹੋਇਆ ਕਿ ਅਸੀਂ ਇਹਨਾਂ ਦੇ ਪਿਤਾ ਜੀ ਨਾਲ ਅਸੀਂ ਦੋਨੋਂ ਇਕੱਠੇ ਪੜ੍ਹਦੇ ਹੁੰਦੇ ਸੀ। ਸੋ ਇਟਸ ਅ ਗ੍ਰੇਟ ਪ੍ਰਾਈਡ ਫॉर ਅਸ ਦੈਟ ਅਰਚਿਤ ਯੂ ਆਰ ਡੂਇੰਗ ਵੰਡਰਸ। ਕੰਗ੍ਰੈਚੁਲੇਸ਼ਨਸ ਐਂਡ ਬੈਸਟ ਵਿਸ਼ेस एंड गॉड ब्लेस यू। Thank you so much, Uncle. Thank you so much for having me. थैंक यू। जॉन रस्टैड बीसी बजट में बड़ी कटौती करेगा। इसकी कीमत कौन अदा करेगा? आप। नाजायज ब्रिज टोल्स, बढ़ी हुई कार इंश्योरेंस और घरों की कीमतों में और ज्यादा बढ़ोतरी के साथ जॉन रस्टैड, ये आपके हित में नहीं है। बीसी एनडीपी द्वारा एक संदेश। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਇਸ ਪ੍ਰੋਗਰਾਮ ਦਾ ਮਕਸਦ ਹੈ ਤੁਹਾਨੂੰ ਐਜੂਕੇਟ ਕਰਨਾ, ਇੰਪਾਵਰ ਕਰਨਾ, ਤਾਂ ਕਿ ਡਿਊ ਡਿਲੀਜੈਂਸ ਦੀ ਵਰਤੋਂ ਕਰਕੇ ਤੁਸੀਂ ਸਹੀ ਫੈਸਲੇ ਲੈ ਸਕੋ। ਸੋ ਇਸ ਦੇ ਫਲਸਰੂਪ ਅਸੀਂ ਵੱਖਰੇ ਵੱਖਰੇ ਇਸ਼ੂਜ਼ ਦੇ ਉੱਤੇ ਤੁਹਾਡੇ ਨਾਲ ਹਰ ਰੋਜ਼ ਸਾਂਝ ਪਾਇਆ ਕਰਨੇ ਆ। ਮੇਰੇ ਨਾਲ ਗੱਲਬਾਤ ਕਰਨੀ ਹੋਏ ਤਾਂ WhatsApp ਰਾਹੀਂ ਦੁਨੀਆ ਭਰ 'ਚੋਂ ਕਿਤੇ ਵੀ ਸੰਪਰਕ ਕਰ ਸਕਦੇ ਹੋ। 6046037555 604 603 7555 ਜਾਂ ਫਿਰ ਈਮੇਲ ਜ਼ਰੀਏ harpreetsingh@gmail.com। ਸੋ ਪ੍ਰੋਗਰਾਮ ਦੀ ਕਰਨਾ ਇੱਥੇ ਹੀ ਸਮਾਪਤੀ, ਫਿਰ ਮੁਲਾਕਾਤ ਕਰਾਂਗੇ। ਲੇਕਿਨ ਜਾਂਦੇ ਜਾਂਦੇ ਦੱਸ ਦਈਏ ਕਿ ਸਾਡੇ ਅਗਲੇ ਸਪਾਂਸਰਸ ਨੇ ਸੁਖੀਬਾਦ ਮੋਟਰਸ 15437 ਫਰੇਜ਼ਰ ਹਾਈਵੇ 'ਤੇ ਸਥਿਤ ਇਹਨਾਂ ਦਾ ਬਹੁਤ ਵੱਡਾ ਸ਼ੋਰੂਮ ਅਤੇ ਟਰੱਕ ਸੈਂਟਰ। ਗੱਡੀਆਂ ਲੈਣੀਆਂ ਨੇ, ਟਰੱਕਸ ਲੈਣੇ ਨੇ, ਫਾਈਨੈਂਸ ਕਰਵਾਉਣੇ ਨੇ ਜਾਂ ਲੀਜ਼ ਕਰਵਾਉਣੇ ਨੇ, ਇਹਨਾਂ ਨਾਲ ਸੰਪਰਕ ਕਰੋ। 604 580 1000। ਸਾਡੇ ਅਗਲੇ ਸਹਿਯੋਗੀ ਹਨ SK ਹੋਮ ਡਿਜ਼ਾਈਨਸ। ਘਰ ਨੂੰ ਇੱਕ ਨਵੀਂ ਦਿੱਖ ਦੇਣਾ ਚਾਹੁੰਦੇ ਹੋ, ਘਰ ਹੈ ਪੁਰਾਣਾ ਜਾਂ ਨਵਾਂ, ਤਾਂ ਗੱਲਬਾਤ ਕਰੋ ਸੰਦੀਪ ਨਾਲ। ਇਹ ਤੁਹਾਡੇ ਘਰ ਨੂੰ ਇੱਕ ਨਵੀਂ ਦਿੱਖ ਦੇਣ ਵਿੱਚ ਤੁਹਾਨੂੰ ਮਦਦ ਕਰਨਗੇ। 6048259295। 30 ਸਾਲਾਂ ਤੋਂ ਇਹ ਇੰਟੀਰੀਅਰ ਡਿਜ਼ਾਈਨਰ ਵਜੋਂ ਕੰਮ ਕਰ ਰਹੇ ਨੇ ਅਤੇ ਤੁਹਾਨੂੰ ਇਹਨਾਂ ਦਾ ਬੈਨੀਫਿਟ ਜ਼ਰੂਰ ਮਿਲੇਗਾ। ਅਤੇ ਨਾਲ ਹੀ ਸਾਡੇ ਅਗਲੇ ਸਪਾਂਸਰ ਨੇ ਭਰਤ ਜਿਊਲਰਸ। ਕਿਸੇ ਕਿਸਮ ਦੀ ਵੀ ਜਿਊਲਰੀ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਕੋਲ ਪਹੁੰਚੋ ਤੁਸੀਂ। ਯੂਨਿਟ ਨੰਬਰ 115 8120 128 ਸਟਰੀਟ, ਪਾਇਲ ਬਿਜ਼ਨਸ ਸੈਂਟਰ, ਸਰੀ। 604 593 1111 604593 1111। ਥੈਂਕ ਯੂ ਫॉर ਟੇਕਿੰਗ योर टाइम आउट एंड वॉचिंग दिस प्रोग्राम। फिर मुलाकात करेंगे। हैव अ वंडरफुल डे।